बिस्मिल्लाहिर्रहमानिर्रहीम। अस्सलाम वालेकुम ख़वातीन और हज़रात, मैं हूं आपका जुनैद सलीम और आप देख रहे हैं देशमुख जुनैद के साथ। शो में मेरा साथ देने के लिए मौजूद हैं दुनिया ज़राफ़त का बहुत ही प्यारा नाम नसीम, विक्की, शजर अब्बास द ग्रेट, हमारी को होस्ट सुहाना सयाल। नाज़रीन, हमारी आज की मेहमान ख़ास एक मल्टी डायमेंशनल, सही मायनों में कसीरुल जोहद शख्सियत, न्यूज़ कास्टर से आगाज़ सफ़र, फिर शायर, सिंगर, मीडिया स्टडीज़ की प्रोफेसर और लाइफ कोच तक पहुंच के भी थमने का नाम नहीं ले रही, रुकी नहीं है, बल्कि नई जोहतों की तलाश जारी रखे हुए हैं। निहायत ज़हीनो फ़तीन डॉक्टर फ़राउल मोमिनीन। थैंक यू सो मच। डॉक्टर साहब, आपकी बातों की तरफ बाद में आएंगे। आपने डॉक्टर साहब हीर रांझे की दास्तान तो ऑब्वियसली सुनी होगी, और हीर रांझे की इस मोहब्बत की दास्तान में कैदों ने भरपूर दुश्मनी निभाई थी, लेकिन हमारे इस स्किट में हीर रांझा की प्रेम कहानी में रुकावट क्या चीज़ बनी है? गंदम। आपको लिए चलते हैं अपने स्किट बोर्ड की तरफ। हाय हाय जुनेद साहब, ਧੀ ਦਾ ਜ਼ੇਵਰ ਵੇਚ ਕੇ ਤੇ ਕਣਕ ਗੱਡੀ ਸੀ ਵੀ ਕਣਕ ਵੇਚਾਂਗੇ ਤੇ ਧੀ ਦਾ ਵਿਆਹ ਕਰਾਂਗਾ ਤੇ 7 ਪਿੰਡ ਵੇਖਣਗੇ। ਕਣਕ ਨਹੀਂ ਵਿਕਣ ਦੇਈ, ਜ਼ੇਵਰ ਵੀ ਵਿਕ ਗਿਆ। ਕਣਕ ਨਾ ਸਾਡੀ ਹਕੂਮਤ ਲੈਣ ਦੇਈ ਆ, ਨਾ ਫਲੋਰ ਮਿਲ ਵਾਲੇ ਲੈਣ ਦੇ ਆ, ਤੇ ਨਾ ਉਹ ਮਿੱਲਾਂ ਵਾਲੇ ਲੈਣ ਦੇ ਆ ਜਿਹੜੇ ਜਾਨਵਰਾਂ ਦਾ ਮੰਡਾ ਮੁੰਡਾ ਬਣਾਉਂਦੇ ਆ। ਕਣਕ ਜਦੋਂ ਦੀ ਅਸੀਂ ਬੀਜੀ ਆ ਪਛਤਾਉਣ ਦੇ ਆ ਅਸੀਂ। ਤੁਸੀਂ ਵੀ ਕਿਤੇ ਬਾਹਰ ਜਾਓ ਨਾ ਹੀਰ ਦੇ ਅੱਬਾ, ਹੁਕੂਮਤ ਉਹ ਕਣਕ ਦੇ ਰੇਟ ਤੋੜੀ ਜਾਂਦੀ ਹੈ ਤੇ ਤੂੰ ਘਰ ਬਹਿ ਕੇ ਮੰਜੇ ਤੋੜੀ ਜਾਂਦਾ। ਇਹ ਭਾਬੀ ਮਲਖੀਏ, ਤੇਰੇ ਅੱਖਾਂ 'ਚ ਕੋਕੇ ਪੈ ਗਏ ਆ। ਧੀ ਹੋ ਗਈ ਆ ਤੁਹਾਡੀ ਜ਼ਬਾਨ ਤੇ ਕਣਕ ਹੋ ਗਈ ਆ ਡਾਊਨ। ਓਏ ਇਸ ਰਾਂਝੇ ਕੋਲੋਂ ਜਾਨ ਛਡਾ ਤੇ ਖੇੜਿਆਂ ਦਾ ਕੁੜੀ ਵਿਆਹ ਦੇ ਆਪਣੀ, ਨਾਲੇ ਤੁਹਾਡੀ ਕਣਕ ਵਿਕ ਜੂ। ਓਏ ਉਹ ਕਿੱਦਾਂ ਵਿਕ ਜੂ ਬਈ? ਲੋ ਓਏ ਉਹਨਾਂ ਦੀ ਆਟੇ ਵਾਲੀ ਮਿੱਲ ਆ, ਤੁਹਾਡੀ ਕਣਕ ਨਿਕਲ ਜੂਗੀ, ਨਾਲੇ ਤੁਹਾਡੀ ਕੁੜੀ ਵਿਆਹੀ ਜਾਊਗੀ। ਗੱਲ ਸੁਣ ਵੇ ਕਹਿ ਦੋ, ਅਸੀਂ ਖੇੜੇ ਨੂੰ ਆਪਣੀ ਧੀ ਦਾ ਰਿਸ਼ਤਾ ਨਹੀਂ ਉਹ ਦੇਣਾ। ਉਹਨਾਂ ਦੇ ਕਾਮਿਆਂ ਨੂੰ ਇੱਕ ਇੱਕ ਕਣਕ ਦੀ ਬੋਰੀ ਤੇ ਦੇ ਸਕਦੇ ਹਾਂ ਅਸੀਂ। ਕਣਕ ਦੀ ਬੋਰੀ ਤਾਂ ਅੱਜ ਕੱਲ ਫਕੀਰ ਨਹੀਂ ਲੈਣ ਡਿਆ। ਤੇਰੇ ਹੁੰਦੇ ਇੱਥੇ ਫਕੀਰ ਹੈ ਵੀ ਕੌਣ ਹੈ ਚਾਚਾ? ਉਹ ਵਿੰਗੇ ਡੰਡੇ ਵਾਲੇ ਆ ਤੇ ਪੁੱਠੀ ਅਕਲ ਵਾਲੇ ਆ। ਓਏ ਨਾ ਤੂੰ ਆਪਣਾ ਸਿਰ ਧੋਣਾ ਤੇ ਨਾ ਆਪਣੇ ਵਾਲਾਂ ਦੇ ਵਿੱਚ ਤੂੰ ਮਿੱਟੀ ਕੱਢਣਾ। ਉਹ ਤੇਰੇ ਕੰਨਾਂ ਦੇ ਚੱਲ ਗਈ ਮੈਲ ਲਾਲਚ ਦੀ। ਤੂੰ ਆਪਣੇ ਰਾਂਝੇ ਨੂੰ ਛੱਡ ਕੇ ਤੇ ਖੇੜਿਆਂ ਵਾਲ ਆਪਣੀ ਹੀਰ ਨੂੰ ਵਿਆਹਣਾ ਚਾਹ ਰਿਹਾ, ਸਿਰਫ ਇਸ ਵਾਸਤੇ ਕਿ ਉਹਨਾਂ ਦੀ ਫਲੋਰ ਮਿਲ ਲੇ। ਜੇ ਉਹਨਾਂ ਦੀ ਫਲੋਰ ਮਿਲ ਲੇ, ਸਾਡੀ ਵੀ ਇੱਕ ਹੋਰ ਮਿਲ ਲੇ। ਬੜਾ ਅਮੀਰ ਆ ਜਿਹੜੀ ਹੋਰ ਮਿਲ ਆ ਤੇਰੀ। ਉਹ ਤੂੰ ਸਾਡੀ ਬਦਨਾਮੀ ਆ। ਨਵੇਂ ਸੂਟ ਪਾ ਕੇ ਫਿਰਦਾ ਮੇਰੀ ਭਤੀਜੀ ਦੇ ਆਲੇ ਦੁਆਲੇ। ਮੈਂ ਰਾਂਝਾਂਗੇ ਬਿੱਲੀ ਆ। ਬਸ ਸਾਡੀ ਕੁੜੀ ਦੇ ਲਾਗੇ ਨਹੀਂ ਹੁਣ ਨਾਲ ਦੁਆਲੇ। ਜਾ ਕੰਮ ਕਰ ਕਿਧਰੇ ਆਪਣਾ, 2 ਮਿੰਟ ਤੇਰੇ ਕੋਲ ਸਫ਼ਰ ਨਹੀਂ ਹੁੰਦਾ। ਉਹ ਬਸ ਕਰੋ ਕਾਕਾ, ਤੇਰੇ ਵੀ ਅੰਦਰ ਵਾਲਾ ਜ਼ਹਿਰ ਸਾਨੂੰ ਹੁਣ ਦਿਸਣ ਲੱਗ ਪਿਆ। ਕਿਹੜਾ ਜ਼ਹਿਰ ਦਿਸਣ ਲੱਗ ਪਿਆ ਚਾਚਾ ਚੂਚਕਾ? ਮੈਂ ਜਿੰਨੀ ਤੁਹਾਡੀ ਖਿਦਮਤ ਕੀਤੀ, ਜਿੰਨੀਆਂ ਤੁਹਾਡੀਆਂ ਮੱਝਾਂ ਚਾਰੀਆਂ ਨੇ, ਉਹ ਤੈਨੂੰ ਤਾਂ ਰੱਖਿਆ ਹੀ ਮਜਬੂਰੀ ਦੇ ਨਾਲ ਆ। ਜੇ ਅੱਲਾ ਨੇ ਤੈਨੂੰ ਸੋਹਣੀ ਧੀ ਦੇ ਦਿੱਤੀ ਹੈ ਨਾ, ਤੇ ਉਹਦਾ ਕਿਧਰੇ ਅੱਛੀ ਜਗ੍ਹਾ ਤੇ ਹੋ ਲੈਂਦੇ। ਆਪ ਤੇ ਤੂੰ ਇਹੋ ਜਿਹੀ ਔਰਤ ਨਾਲ ਵਿਆਹ ਕਰ ਲਿਆ ਜਿਹੜੀ ਬਾਰਿਸ਼ ਵਾਲੀ ਮੰਜੀ ਹੁੰਦੀ। ਬਸ ਕਰੋ ਰਾਂਝਿਆ, ਮੈਂ ਬੜੇ ਚਿਰ ਦਾ ਤੈਨੂੰ ਇੱਥੋਂ ਕੱਢ ਦੇਣਾ ਸੀ। ਜਿਸ ਦਿਨ ਮੈਂ ਇੱਥੋਂ ਚਲਾ ਗਿਆ ਨਾ, ਤੇ ਮੱਝਾਂ ਨੇ ਦੁੱਧ ਦੇਣਾ ਬੰਦ ਕਰ ਦੇਣਾ ਹੀ, ਫੇਰ ਬੈਠੇ ਵੇਖੋਗੇ। ਵੇਖਣ ਤੇ ਅਸੀਂ ਥ੍ਰੈਸ਼ਰ ਨੂੰ ਵੀ ਦਏ ਆ ਜੀ। ਨਾ ਕਣਕ ਵਿਕਦੀ ਆ, ਨਾ ਸਾਡੇ ਕੋਲ ਪੈਸੇ ਹੋਣ, ਨਾ ਇਹਦਾ ਕਿਰਾਇਆ ਦੇ ਕੇ ਇਹਨੂੰ ਵਾਪਸ ਦਈਏ। ਚਾਚਾ ਚੂਚਕਾ, ਤੇਰੇ ਘਰ ਦੀ ਨੌਸਤ ਸਿਰਫ ਤੇਰਾ ਭਰਾ ਹੈ। ਇਹ ਜਿਹੜਾ ਕੈਦੋ ਵਿੰਗੀ ਲੱਤ ਵਾਲਾ, ਜਦੋਂ ਤੱਕ ਇਹ ਨਹੀਂ ਨਾ ਜਾਏਗਾ, ਤੇਰੇ ਹਾਲਾਤ ਬਿਹਤਰ ਨਹੀਂ ਹੋਣਗੇ। ਅੱਬਾ ਮੇਰੀ ਗੱਲ ਮੰਨ ਤੇ ਤੂੰ ਚਾਚੇ ਨੂੰ ਘਰੋਂ ਕੱਢ ਦੇ। ਹਾਂ ਕੱਢ ਦੇ, ਤੇਰੀਆਂ ਮੌਜਾਂ ਲੱਗ ਜਾਣ। ਤੇਰੀ ਕਣਕ ਪਤਾ ਕਿਉਂ ਨਹੀਂ ਵੇਖਦੀ ਵੀ ਚਾਚਾ ਚੂਚਕਾ? ਕਿਉਂ? ਤੇਰੀ ਕਣਕ ਦੇ ਵਿੱਚ ਤੇਰਾ ਭਰਾ ਬੈਠਾ ਰਹਿੰਦਾ। ਲੋਕੀ ਸਮਝਦੇ ਨੇ ਕਣਕ ਨੂੰ ਕੀੜਾ ਲੱਗਾ ਹੋਇਆ। ਰਾਂਝਾ ਠੀਕ ਕਹਿ ਰਿਹਾ ਅੱਬਾ ਜੀ। ਰਾਂਝੇ ਨੇ ਤਾਂ ਠੀਕ ਕਹਿਣਾ, ਤੂੰ ਵੀ ਕਹਿਣਾ, ਉਹਨੇ ਵੀ ਕਹਿਣਾ। ਤੁਹਾਡਾ ਤਾਂ ਕਰੂੰ ਬੰਦ ਮੈਂ। ਹਾਂ ਇਹਨੂੰ ਵਿਆਹ ਦੇ, ਵਿਆਹ ਦੇ। ਹਾਏ ਹਾਏ, ਮੁੰਡੇ ਨਾਲ ਹੀ ਵਿਆਹਣੀ ਆ ਹੁਣ, ਕੁੜੀ ਨੇਰੀ ਨਾ ਵਿਆਹ ਦੇਵਾਂ। ਕੋਈ ਰਿਸ਼ਤਾ ਆਏਗਾ ਤੇ ਵਿਆਹਾਂਗੀ। ਭਾਬੀ ਤੂੰ ਸੁਰਖੀ ਮਕਾਤੀ, ਆਪਣੀ ਇੱਜ਼ਤ ਦਾ ਨਹੀਂ ਸੋਚਦੀ ਤੂੰ। ਆ ਚੂਚਕ ਹੈ ਜਿਹਾ ਹੁੱਕਾ ਪੀ, ਗੁੜ ਗੁੜ ਕਰ, ਇੱਕ ਦਿਨ ਪਾਣੀ 'ਚ ਗੁੜ ਗੁੜ ਕਰੇਗਾ। ਔਰ ਚਾਚਾ ਚੂਚਕਾ, ਤੇਰੀਆਂ ਮੱਝਾਂ ਚਾਰ ਕੇ ਮਾਂ ਪਤਾ ਰਹਿ ਗਿਆ। ਵਰਨਾ ਮੈਂ ਜਿਸ ਖਾਨਦਾਨ ਦਾ ਸਾਂ, ਮੈਂ ਤੇ ਸਵੇਰੇ ਉੱਠਦਿਆਂ ਪਹਿਲੇ ਪਰਾਠੇ ਖਾਣਾ ਸਾਂ, ਨਾਲ ਲੱਸੀ ਪੀਣਾ ਸੀ, ਤੇ ਉਹਦੇ 'ਚ ਮੱਖਣ ਦਾ ਪੇੜਾ ਹੁੰਦਾ ਸੀ। ਤੈਨੂੰ ਤੇ ਪਤਾ ਹੈ ਨਾ ਕਿ ਸਾਡੀ ਕਣਕ ਹੁਣ ਟਕੇ ਟੋਕਰੀ ਹੋ ਗਈ ਏ। ਇਹ ਤੇ ਮੇਰੀਆਂ ਦੁਆਵਾਂ ਨਾਲ ਹੋਈ ਹੈ। ਸਾਨੂੰ ਕਣਕ 'ਚ ਹੋਇਆ ਨੁਕਸਾਨ ਵੇ, ਸਰਕਾਰ ਨੇ ਕੱਢੀ ਸਾਡੀ ਜਾਨ ਵੇ। ਹੁਣ ਕੋਈ ਆੜਤੀ ਨਹੀਂ ਤਕੜੀ 'ਚ ਤੋਲਦਾ,
ਕਣਕ ਨੂੰ ਦੇਖ ਦੂਰੋਂ ਔਖਾ ਹੋ ਕੇ ਬੋਲਦਾ, ਇਹਨੂੰ ਵੇਚੀਏ ਹੁਣ ਜਾ ਕੇ ਜਾਪਾਨ ਵੇ, ਸਾਨੂੰ ਕਣਕਾਂ ਚੋਂ ਹੋਇਆ ਨੁਕਸਾਨ ਵੇ। ਹੀਰੇ ਇੱਕ ਵਾਰੀ ਸਿਰਫ ਆਪਣੇ ਪਿਓ ਨੂੰ ਮਨਾ ਲੈ। ਤੇ ਰਹੀ ਤੇਰੀ ਕਣਕ ਦੀ ਗੱਲ, ਤੇਰੀ ਕਣਕ ਨੂੰ ਮੈਂ ਚੱਕੀ 'ਚ ਪਾ ਕੇ ਇਸ ਤਰ੍ਹਾਂ ਪੀਸਾਂਗਾ, ਉਹਦਾ ਆਟਾ ਹੇਠਾਂ ਕਰ ਦਿਆਂਗਾ। ਉਸ ਆਟੇ ਨੂੰ ਮੈਂ ਬੋਰੀਆਂ 'ਚ ਪਾ ਕੇ ਵੇਚਾਂਗਾ, ਤੇ ਆਟਾ ਵੇਚਣਾ ਮੇਰੇ ਖੱਬੇ ਹੱਥ ਦਾ ਕੰਮ ਹੈ। ਮੈਂ 6ਵੀਂ ਕਲਾਸ 'ਚ ਪੜ੍ਹਨਾ ਸੀ ਜਦੋਂ ਦਾ ਮੈਂ ਮੈਦਾ ਆਟਾ ਮੇਰੇ ਸਾਹਮਣੇ ਆ ਗਿਆ ਸੀ। ਉਹ ਸਿੱਖਾਂ ਅਜੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਫਿਰਦੀਆਂ ਨੇ। ਮੈਂ ਸਿਰ ਦੇ ਉੱਤੇ 100 ਕੁਲਚਾ ਰੱਖ ਕੇ ਜਿਸ ਤਰ੍ਹਾਂ ਜਾਣਾ ਸੀ, ਮੈਂ ਜਾਣਦਾ ਮੇਰਾ ਅੱਲਾ ਜਾਣਦਾ ਹੀ। ਤੇ ਯਕੀਨ ਕਰ, ਮੈਂ ਤੇ ਇਸ਼ਤਿਹਾਰ ਵੀ ਸੋਚ ਲਿਆ ਕੀ ਸੋਚਿਆ ਰਾਂਝਾ? ਤੇਰੇ ਪਿਓ ਦਾ ਚਿੱਟਾ ਚਾਟਾ, ਹੀਰ ਆਟਾ, ਰਾਂਝਾ ਆਟਾ। ਮੈਂ ਹੁਕਮ ਆਪਣੇ ਲੋ 6 ਬਿਲਡਿੰਗਾਂ ਟੱਪ ਕੇ ਆਏ। ਵੀ ਇਹ ਕਿਹੜਾ ਕੱਦੂ ਸਾਡੇ ਵਿਹੜੇ ਚ ਆ ਕੇ ਡਿੱਗਿਆ? ਮੈਂ ਮਸੈਦਾ ਖੇੜਾ ਤੇ ਪੁੱਟਦਿਆਂਗਾ ਨੱਚ ਨੱਚ ਕੇ ਵਿਹੜਾ। ਵੀਰੇ ਤੇਰੇ ਨਾਲ ਜਿਹੜਾ ਬੈਠਾ ਇਹ ਵੀ ਕਿਹੜਾ? ਓਏ ਤੂੰ ਸੈਦਾ ਖੇੜਾ ਹੈ? ਜੀ ਇਹ ਘਰ ਮਠਿਆਈ ਲੈ ਕੇ ਆਈ, ਇਹਨਾਂ ਦੇ ਘਰ ਚਾਰਜਰ ਵੇਚਣਾ ਹੈ। ਖਾਓ ਜੀ। ਬੜੀ ਮਿਹਰਬਾਨੀ ਤੇਰੀ। ਮੇਰਾ ਹੀਰ ਨਾਲ ਵਿਆਹ ਹੋਣ ਵਾਲਾ ਉਹ ਜੀ, ਖਾਣਾ ਖਰਾਬ ਮਨੂਸ ਦੇ ਬੱਚਿਆ। ਉਹ ਵੀ ਕੱਢ ਨਾ ਬਾਹਰ। ਬਕਵਾਸ ਬੰਦ ਕਰ ਓਏ, ਮੈਂ ਝੂਠੀ ਚੀਜ਼ ਛੱਡਦਾ ਨਹੀਂ ਹੁੰਦਾ। ਸਲਾਮ ਅਲੈਕੁਮ ਹੀਰ ਜੀ। ਉਹ ਆ ਗਿਆ ਤੁਹਾਡਾ ਵੀਰ ਜੀ, ਇਹਨੇ ਸਾਰੀ ਜ਼ਿੰਦਗੀ ਸਮਝਣਾ ਤੁਹਾਨੂੰ ਹਮਸ਼ੀਰ ਜੀ। ਸਲਾਮ ਅਲੈਕੁਮ ਚਾਚਾ ਜੀ। ਮੁੰਡਾ ਮੁੰਡਾ ਈ ਜਿਹੜਾ ਮਠਿਆਈ ਲੈ ਕੇ ਫਿਰਨ ਡਿਆ। ਐ ਲੋ ਜੀ, ਇਹ ਖਾਣੀ ਨਹੀਂ, ਸਿਰਫ ਐਕਸ਼ਨ ਹੀ ਕਰਨਾ ਹੈ ਤੁਸੀਂ। ਕਿਉਂ? ਉਹ ਤੁਹਾਨੂੰ ਪਤਾ ਨਾ ਕਿੱਡੇ ਖੁੱਲੇ ਦਿਲ ਦੇ ਨੇ। ਉਹਨਾਂ ਨੇ ਸਿਰਫ ਇਹਨਾਂ ਕਿਹਾ ਸੀ ਕਿ ਸਕਿੱਟ 'ਚ ਸਿਰਫ ਨਸੀਮ ਵਿੱਕੀ ਸਾਹਿਬ ਤੋਂ ਇਲਾਵਾ ਕੋਈ ਨਹੀਂ ਖਾਏਗਾ। ਉਹਨਾਂ ਨੇ ਕਿਹਾ ਸੀ ਇਸ ਸਕਿੱਟ ਤੋਂ ਬਾਅਦ ਇਹ ਰਸੂਲਾ ਰੱਖੋ, ਪਹਿਲੇ ਇਹਨੂੰ ਬੰਦ ਕਰਨਾ ਹੈ, ਮੈਨੂੰ ਵਾਪਸ ਕਰਨਾ ਹੈ, ਮੈਂ ਡੱਬਾ ਘਰ ਲੈ ਕੇ ਜਾਣਾ ਹੈ। क्या इंतहाई फजूल बात की है वैसे। ਚਾਹ ਫੇ ਡੱਬਾ ਪਹਿਲਾਂ ਘਰੋਂ ਫਰਾ ਲਿਆ, ਅਸੀਂ ਬਾਅਦ 'ਚ ਖਾ ਲਾਂਗੇ। ਇਹ ਡੱਬਾ ਹੈ ਤੁਹਾਡਾ ਅੱਬਾ ਨਹੀਂ ਜਿਹੜਾ ਘਰੋਂ ਫਰਾ ਲਿਆ। ਹੀਰ ਜੀ ਤੁਸੀਂ ਵੀ ਖਾਓ ਨਾ ਜੀ। ਉਹ ਕਾਕਾ ਤੂੰ ਇੱਥੇ ਵਿਆਹਣ ਆਇਆ ਕਿ ਜੰਨਤ ਲੈਣ ਆਇਆ? ਮੇਰੇ ਚਾਚੇ ਨੇ ਗੈਰਤ ਖਾ ਲਈ। ਹਾਂ ਏ ਉਧਰ ਦਫਾ ਜਾ ਦੋਜ਼ਖ ਦੀ ਲੱਕੜੇ। ਤੈਨੂੰ ਮੈਂ ਦੋਜ਼ਖ ਲੱਗਣਾ। ਉਹ ਰਾਨੀ ਤੋਤਿਆ, ਹੁਣ ਇੱਥੋਂ ਛੁੱਟੀਆਂ ਆ ਗਿਆ ਜੇ। ਤੈਨੂੰ ਆਪਣੇ ਮੂੰਹ ਤੋਂ ਕਰਾਇਤ ਨਹੀਂ ਆਉਂਦੀ? ਮੈਨੂੰ ਸ਼ਾਦੀ ਦੀ ਤਰੀਕ ਦਿਓ ਜੀ, ਤਾਂ ਕਿ ਮੈਂ ਜੰਜ ਲੈ ਕੇ ਆਵਾਂ ਤੁਹਾਡੇ ਪਿੰਡ 'ਚ। ਉਹ ਪੁੱਤਰ ਜਿੱਦਣ ਸਾਡੀ ਕਣਕ ਲੈਣ ਦੀ ਤਰੀਕ ਦੇਗਾ, ਉਸ ਤੋਂ ਬਾਅਦ ਅਸੀਂ ਤੈਨੂੰ ਵਿਆਹ ਦੀ ਤਰੀਕ ਦੇਵਾਂਗੇ। ਉਹ ਤੂੰ ਮਿਸਾਲ ਨਹੀਂ ਸੁਣੀ? ਕਿਹੜੀ? ਉਹ ਦਿਨ ਖੋਟਾ ਜਿਸ ਦਿਨ ਘੋੜੀ ਚੜਿਆ ਮੋਟਾ। ਵੇ ਤੁਹਾਡੇ ਘਰ ਥ੍ਰੈਸ਼ਰ ਉਂਝ ਹੀ ਖਲੋਤਾ ਹੈ। ਵੇ ਥ੍ਰੈਸ਼ਰ ਦਾ ਨਾਂ ਨਾ ਲਈ ਨਾ ਮੁੰਡਿਆ, ਉਹ ਕਿਉਂ ਜੀ? ਇਹ ਤੇ ਬੇੜਾ ਗਰਕ ਹੋਇਆ ਇਸ ਕੈਦੋ ਦਾ। ਕਿਉਂ? ਉਹਨੇ ਸਾੜਤੀ 11 ਲੱਖ ਦੀ ਥ੍ਰੈਸ਼ਰ। ਹੈਂ? ਸਾਰੇ ਉੱਥੇ ਕਣਕ ਦੇ ਪੂਲੇ ਲਾਉਂਦੇ ਸੀ, ਇਹਨੇ ਨਾ ਰਹਿਣੇ ਨੇ ਚੁੱਕ ਕੇ ਗੰਨਿਆਂ ਦਾ ਲਾਤਾ। ਹਾਂ ਤੇ 6 ਗਲਾਸ ਵੀ ਭਰਜਾਈਏ ਤੂੰ ਪੀਤੇ ਆ। ਹੀਰੇ ਵੇ ਪਰਾਂ ਹੋ ਕੇ ਖੜਾ ਹੋ, ਪਾਣੀ ਦੀ ਇਹ ਮਸ਼ਕੇ। ਹਾਏ ਹੀਰ ਬੋਲੀ ਅਸ਼ਕੇ ਵੀ ਅਸ਼ਕੇ। ਪੁੱਤ ਕਿਉਂ ਜ਼ਲੀਲ ਹੋਉਂਦੇ ਆ? ਥ੍ਰੈਸ਼ਰ ਖਲੋਤੀ ਉਹ ਚ ਚੱਕਰ ਲਾ, ਤੇਰੇ ਸੋਹਣੇ 4 ਪੀਸ ਹੋ ਜਾਣੇ। ਵੇ ਖੇੜਿਆ, ਇਹ ਮੇਰਾ ਅੱਬਾ ਜਦੋਂ ਵੀ ਬੋਲਦਾ ਨਾ 3 ਕਾਣੇ ਹੀ ਬੋਲਦਾ ਹੈ। ਇਹ ਤੇ ਰਾਂਝੇ ਨੇ 12 ਸਾਲ ਬਰਦਾਸ਼ਤ ਕੀਤਾ, ਤੇਰੇ ਕੋਲ ਤੇ 3 ਦਿਨ ਨਹੀਂ ਕੱਢੇ ਜਾਣੇ। ਹੀਰੇ ਹੂੰ ਮੈਂ ਰਾਤੀ ਖਾਬ 'ਚ ਵੇਖਿਆ ਕਿ ਤੂੰ ਲਾਂਝੇ ਦੀ ਜਗ੍ਹਾ ਤੇ ਮੈਨੂੰ ਪੱਖਾ ਚੱਲ ਰਹੀ। ਤਾਈਓ ਪਿੰਡ ਵਾਲੇ ਮੈਨੂੰ ਕਹਿ ਰਹੇ ਸੀ ਕਿ ਹੀਰੇ ਤੂੰ ਵੱਡਾ ਗੋਸ਼ਟ ਲਾ ਲਿਆ। ਉਹਨਾਂ ਨੂੰ ਕਹਿਣਾ ਸੀ ਨਹੀਂ ਹੈ ਛੋਟਾ ਹੀ, ਲੇਕਿਨ ਉਂਝ ਫੁੱਲਿਆ ਹੋਇਆ। ਲੈ ਗੋਸ਼ਤ ਤੋਂ ਚੇਤੇ ਆ, ਜਵਾਈ ਭਾਈ ਘਰ ਆਇਆ, ਮੈਂ ਇਹਦੇ ਲਈ ਗੋਸ਼ਤ ਲੈ ਕੇ ਆਉਣਾ। ਹਾਏ ਹਾਏ ਕਿੱਥੋਂ ਲੈ ਕੇ ਆਉਣਾ ਗੋਸ਼ਤ? ਕਣਕਾਂ ਦੇ ਘਰ ਪਈਆਂ, ਪੈਸਾ ਪੱਲੇ ਕੋਈ ਨਹੀਂ। ਓਏ ਜਨੇਦ ਸਾਹਿਬ, ਰਿਸ਼ਤੇ ਮੁਹੱਬਤਾਂ ਸਾਰੀਆਂ ਖੂਜ ਸੁੱਟ ਦਿੱਤੀਆਂ ਕਣਕਾਂ ਦੀਆਂ ਕੀਮਤਾਂ ਨੇ। ਉਸੇ ਤਰ੍ਹਾਂ ਤੂੰ ਆਪਣੀ ਧੀ ਨੂੰ ਵੀ ਖੂਹ 'ਚ ਸੁੱਟਣ ਲੱਗਾ ਚਾਚਾ ਚੂਚਕਾ। ਚਾਚਾ ਮੈਨੂੰ ਜੇਸ 'ਚ ਕੀ ਦੇਗਾ? ਉਹ ਤੋਂ ਥ੍ਰੈਸ਼ਰ ਖਲੋਤੀ ਉਹੀ ਲੈ ਲਈ। ਔਰ ਚਾਚਾ ਚੂਚਕਾ ਨੂੰ ਥ੍ਰੈਸ਼ਰ ਨਾ ਦੇਈਂ, ਹਾਂ। ਇਹਨੂੰ ਥ੍ਰੈਸ਼ਰ ਦੇ ਵਿੱਚ ਦੇਈਂ। यहाँ मुझे लेनी एक छोटी सी कमर्शियल ब्रेक, हमारे साथ रहिएगा। अच्छा डॉक्टर साहब, आप ज़्यादा अपना तारुफ किस हवाले से करवाना पसंद करती हैं? प्रोफेसर ऑफ मीडिया स्टडीज़ या शायरा के तौर पे, सिंगर के तौर पे, लाइफ कोच के तौर पे? न जाने कितनी आपकी पर्सनालिटी की डायमेंशंस हैं। आप सबसे ज़्यादा अपनी ज़िंदगी के किस रुख को ज़्यादा मोहब्बत करती हैं, ज़्यादा अच्छा लगता है आपको? आई गेस लाइफ कोचिंग। लाइफ कोचिंग। या बिकॉज वो मैंने जो है बड़ी देर के बाद काफ़ी एक्सपीरियंसेस से गुजरने के बाद उस प्रोफेशन को चुना। एसोसिएट प्रोफेसर में हूँ, मैं टीचिंग पिछले 10 साल से कर रही हूँ। मीडिया स्टडीज़ में? या मीडिया स्टडीज़ में, और मेरा मीडिया से पिछले कोई 20 साल से ताल्लुक है। अच्छा। बैक इन 2003 मैंने एज अ न्यूज़ कास्टर पाकिस्तान टेलीविजन से अपना स्टार्ट लिया था। जब आपने मैस कॉम किया है तो उस वक्त गालिबन आपको गोल्ड मेडल? जी जी, पंजाब यूनिवर्सिटी से मैं गोल्ड मेडलिस्ट हूँ।
इसका मतलब है आपकी जो लाइफ कोचिंग है उसको बहुत सीरियसली लिया जाना चाहिए। Yes. ये नहीं कह के आपकी बात को इग्नोर किया जा सकता कि ये सोशल मीडिया पे हर एक लाइफ कोच बना हुआ है। या बिकॉज उसके पीछे कुछ रीजंस हैं। लाइफ इज नॉट अ बेड ऑफ रोजेस फॉर एनीवन, एवरीबडी Obviously. गोज थ्रू डिफरेंट सर्कमस्टांसेस, बट उस सर्कमस्टांसेस के बाद हम रिएक्ट कैसे करते हैं, दैट इज इम्पॉर्टेंट। कुछ लोग डिप्रेशन में चले जाते हैं, एंग्जाइटी में चले जाते हैं, रोना धोना मचा देते हैं, किसी कोने में छुप जाते हैं। उन्हीं में से कुछ लोग ऐसे होते हैं जब वो परेशानी में जाते हैं तो वो देखते हैं कि अब मैं यार फंसते गया वहाँ, हाँ गारिज फंसते गया वहाँ, हुन की करना है। तो फिर वो इधर उधर जब ढूंढते हैं जगहों को तो कहते हैं यार ए जड़ा कोना है ना इथों लाइट आ रही है, व्हाई डोंट मैं जाके इसको चेक तो करूं क्या है। फिर वो जब आगे जाके देखते हैं तो उन्हें पता लगता है यार यहाँ से तो रास्ता निकलता है। जब वो कुछ ऐसे हैं जो रास्ते से बाहर निकल जाते हैं और कुछ वहां खड़े होकर सोचते हैं कि व्हाई नॉट, मैं खुद इस रास्ते तक तो आ गया हूँ, मैं जो पीछे 2000 और इस कुएं में बंद हुए हैं मैं क्यों ना उनको भी साथ ले जाऊं। खूबसूरत। तो फिर मैं उनमें से एक हूँ। जब जिंदगी के उतार चढ़ाव देखे और एक जगह ऐसी आई जहाँ बहुत बुरी तरह फंस गई, तो फिर मैंने अपने आप को जो है एज अ लाइफ कोच सर्टिफाइड मैंने किया, अपना सर्टिफिकेशन ली अमेरिकन यूनियन से, NLP प्रैक्टिशनर बनी मैं वहाँ से। और फिर देन आई डिसाइडेड टू डू इट प्रोफेशनली। तो मैं बहुत शुक्रिया अदा करना चाहती हूँ उन लोगों का जिन्होंने मुझे तोड़ा, मरोड़ा और उस अंधे कुएं में फेंका, क्योंकि अगर वो मुझे वहाँ ना फेंकते तो मुझे शायद कभी रियलाइज ना होता कि मेरे अंदर इतनी ताकत, इतनी हिम्मत और इतनी एनर्जी मौजूद है कि ना सिर्फ मैं खुद को उठा सकती हूँ बल्कि अपने साथ कई हजार लोगों को भी सेव कर उनकी सकती हूँ। एनर्जी को एक्सप्लोर करने के तरीके बता रही है। तो जी आज समझ आइए वो मलकू के गाने हाँ। की, रुलते गए हैं पर चस बड़ी है। Yes, exactly. अच्छा, आजकल हर दूसरा बंदा बंदी, खास तौर पे शादीशुदा कपल्स, इनमें ये सुनने में आता है कि मैं काउंसलिंग ले रहा हूँ या हम थेरेपी ले रहे हैं। तो ये क्या कॉन्सेप्ट है, ये क्या चीज़ है? शादी जो है ये एक ऐसा इंस्टीट्यूट है जिसके ऊपर पूरी फैमिली का स्ट्रक्चर जो है वो जुड़ा होता है। बिल्कुल। और अनफॉर्चुनेटली हम अपने बच्चों को इसके लिए बिल्कुल ट्रेन नहीं करते कि जब शादी होगी तो फिर आपको क्या क्या चीज़ें फेस करनी पड़ेंगी। अब अल्हम्दुलिल्लाह द थिंग्स आर गेटिंग चेंज। पहले तो जब कोई साइकेट्रिस्ट या साइकोलॉजिस्ट के पास जाता था लोग कहते लाइक भी पागल हो गया, लेकिन अब चीज़ें जो लोग खुद चाहते हैं कि हम ठीक हों या हमारे रिलेशनशिप बेहतर हों या हमारी फैमिली जो है अच्छी ग्रो करे, दैट्स व्हाई दे आर कमिंग टुवर्ड्स द काउंसलर्स। अच्छा, वो कौन सा नुस्खा है वैसे? आपस की बात है कि बाज जो लोग आम लोगों से ज़रा ऊपर हैं, मामलात को और तरह देखने वाले हैं, वो ये कहते हैं कि ये कौन से मतलब ऐसा गीदड़ सिंगी है साइकेट्रिस्ट के पास कि वो ठीक कर देते हैं किसी को भी। वो कौन सी बात है? सियाणी बातें ही होती हैं ना, देसी मैं लफ्जों में आपको कहा एक जाए। बात बताऊं, बड़ी मज़े की है, शायद आपके लिए डिफरेंट हो। असल में सब कुछ हमारे रिलीजन से ही जुड़ा हुआ है। मतलब अगर हमारे पास भी कोई आता है ना तो साइकेट्रिस्ट तो मेडिसिन देते हैं, हम तो मेडिसिन नहीं देते। हमने करनी तो बात ही है उसके साथ, हमने उसी को बताना है और उसी से पूछवाना है कि वो लाइफ में क्या करना चाहता है। लेकिन हम उसको बताते मजहब से ये बातें, हमारा बताने का तरीका डिफरेंट है। फॉर एग्जाम्पल मेरे पास कोई आता है मुझे कहता है जी खुश होने का क्या तरीका है, तो मैं उसे कहूंगी कि आप जिंदगी में एक्सपेक्टेशंस लगानी कम कर दें, आप लाइफ में कंपैरिजन्स कम कर दें। अब ये मैंने तो नहीं बताया। अच्छा, एक सेकंड के लिए यहाँ ब्रेक लगेगा। यही मैं बात समझना चाह रहा हूँ, बिल्कुल एक लेमैन की तरह, एक आम आदमी की तरह, कि आप कहती हैं कि किसी से भी कि ये एक्सपेक्टेशंस लगाना छोड़ दो। तो ये एक्सपेक्टेशंस लगाना किसी कीबोर्ड पे कोई एक की तो नहीं है कि मैंने दबाई और मैंने एक्सपेक्टेशन लगाना छोड़ दी। एक्सपेक्टेशंस खुद ब खुद लग जाती हैं ना। अच्छा, अब इस पे कैसे मैं इसको छोड़ सकता हूँ? एक बाप होने की हैसियत से, एक बेटा होने की हैसियत से, एक भाई होने की हैसियत से मैं एक्सपेक्ट करता हूँ, व्हिच इज क्वाइट नेचुरल। अच्छा, अब मैं कैसे उस स्विच को ऑफ कर दूं? ये छोड़ी जा सकती हैं थोड़ी सी प्रैक्टिस से, क्योंकि हमारा मजहब, फिर बैक टू कमिंग टू द रिलीजन, हमारा मजहब कहता है कि मियाना रवी इख्तियार कीजिए, किसी के साथ शिद्दत से ना जुड़ जाइए। ये डिफरेंट हमारे अटैचमेंट स्टाइल्स हैं, वो हमें जो है मजबूर करते हैं दूसरे से मैक्सिमम एक्सपेक्टेशंस लगाने के लिए। तो जब हम अपने आप को हील करते हैं और अपने आप के साथ रिलेशनशिप स्ट्रॉन्ग करते हैं, अपने आप के साथ सेल्फ लव करते हैं, तो हमें दूसरों से ना एक्सपेक्टेशंस लगानी कम हो जाती हैं। ये बहुत ऊपर के लेवल है जो कि हमारा मजहब कहता है कि आप बिल्कुल जो है साधु टाइप और इस किस्म की चीजें, बट दे कैन बी अचीव्ड, यू नो, इट्स नॉट डिफिकल्ट। अच्छा डॉक्टर साहब, ये बताइएगा, अगर आपसे कोई ये सवाल करे कि एक जुमले में आप शौहर को कोई नसीहत करें और एक जुमले में बीवी को कोई नसीहत करें, बीवी तो को आप ज्यादा कैसे करो। बीवी को ज्यादा नसीहत करवाओ।
बीवी ਨੂੰ 2 ਕਰਾ ਦੇ ਜਿਆਦਾ 5-6 ਕਰਵਾ ਭਾਜੀ ਤੇ ਬੰਦੇ ਨੂੰ ਰਹਿਣ ਦੇ ਬੰਦੇ ਦੀ ਰਹਿਣ ਦੇ ਬੰਦੇ ਦੀ बंदा बंदा सारे बंदा कुछ वैसे ही होता है। ठीक होता है। एक नसीहत आपने शौहर को करनी है एक जुमले में और एक नसीहत आपने बीवी को मैं करनी है। दोनों को एक ही नसीहत करूंगी अच्छा जबरदस्त ये बड़ी खूबसूरत। और अच्छा वो सिर्फ ये है कि एक दूसरे के जज्बात का एहतराम करें। वाह जज्बात का एहतराम जी करें। जज्बात का एहतराम। अच्छा उसका एहतराम करना और बात है हाँ, और उसके उसके जज्बात का एहतराम करना और इज बात। डिफरेंट चीज है। उसमें आप दूसरे को समझें वो आपसे क्या चाहता है, मुझसे एज अ ह्यूमन बीइंग वो क्या चाहता है। नहीं उन्होंने समझना जब तक वो नहीं समझेगा मामला हल नहीं होंगे। बाज शौहर जो है वो ये आम तौर पे जो सबसे बड़ी होती है कि जी वो समझता है कि मैंने बीवी की सारी एक्सपेक्टेशंस पूरी कर दी हैं। Yes. वो ये समझता है कि जी मैंने पैसा खर्चा गाड़ी वाड़ी दे दी है यस दिस इज द तो वो बस मैंने पूरा हाँ कर अच्छा दिया। अब फीमेल ये नहीं चाह रही होती, वो चाहती है कि मुझे वक्तन फवक्तन इजहार नहीं मोहब्बत मैं मिले। अक्सर कहता हूँ कि बीवी पैसा नहीं चाहती हाँ। बीवी ढेर ढेर सारा सारा पैसा चाहती है। नहीं मैं समझा तुम ठीक हो गए मैं समझा तुम पार्टी बदल गए। फीमेल चाहती है कि मुझे वो प्रेस करे, हाँ मुझे सुने जब मैं बात कर रही हूँ, मोबाइल में ना लगा रहे, हाँ ठीक है, और मेरी तरफ देखे जब मैं तैयार हुई हूँ तो उसको, मैं पार्लर से आई हूँ तो इसको पता लगना चाहिए कि मैं क्या करा के आई हूँ। हाँ कटिंग कराई है मैंने फेशियल कराया है, मैंने कैसी नया लगी? ड्रेस पहना है। मर्द को बेचारे को पता नहीं लगता। नहीं अगर कख भी फर्क ना पड़ा हो तो मर्द बेचारा झूठ फिर- बोले नहीं मर्द का करदा अपना जो लक दा पट्ठा चढ़िया होवे तो किस तरह कहेगा नहीं बहुत सोहनी लग रही। ऐसे ही गए, बिल्कुल ऐसे ही गए। तो ये दोनों को एक दूसरे के, वही एक स्टेटमेंट जो आपने पूछी थी, दोनों को एक दूसरे के जज्बात का एहतराम करना पड़ेगा, जानना पड़ेगा, पूछना पड़ेगा तुम्हें मुझसे जिंदगी में चाहिए क्या। लेकिन दोनों की एक्सपेक्टेशंस जो है वो जनरलाइज नहीं की जा नहीं सकती की जा सकती। वो पर्सन करती टू है। पर्सन वेरी Vary करती करती है है, दैट yes, इज द बिल्कुल। इम्पोर्टेंट Yeah. अच्छा पॉइंट फिक्र आपका सही है कि आपको जिंदगी में मुझसे चाहिए क्या, लेकिन इसकी ना वेरिएशन चेंज हो जाती है। बंदा कहता तेन चाहिए की ये दस दे मैनू। तो ताल्लुक सिर्फ वही इंप्रूव होता है जो दोनों करना चाहें, वन साइडेड कोई रिलेशन। सुहाना का सवाल मेहमान से, इसमें हम आपको 4 ऑप्शंस देंगे, एक आपको सिलेक्ट करनी होगी हर सूरत। अगर कोई शख्स अपनी शादीशुदा जिंदगी से तंग आकर खुदकुशी करना चाहे तो इसकी कोचिंग कैसे करेंगी? ऑप्शन नंबर 1, किसी आमिल बाबा के जरिए बीवी को ताबे करने का कहेंगी। ऑप्शन नंबर 2, हर हाल में बीवी से कंप्रोमाइज करने का कहेंगी। वाह ऑप्शन नंबर 3, बीवी से अलहदगी इख्तियार करके बिजनेस में तवज्जो देने का कहेंगी। ऑप्शन नंबर 4, शादी का लड्डू दोबारा खाने का मशवरा देंगी। मैं थर्ड ऑप्शन अवेल करने का कहूंगी। बीवी से अलहदगी इख्तियार करें और बिजनेस पे तवज्जो दें। हाँ अच्छा ये तो बहुत अजीब अनएक्सपेक्टेड आपकी तरफ से जवाब आया। हाँ, बिकॉज खुदकुशी तो मैंने उसको करने नहीं देनी, हाँ अब मैंने उसको लगाना है सेल्फ लव की तरफ। अच्छा देखिए हम किसी को चेंज नहीं कर सकते, ये याद रखें आप मेरी बात। अब मैं उसे ये नहीं कह सकती कि तेरी बीवी नु मैं तेरे ताबे कर देंगी, वो कोई नहीं कर सकता, ताबे तो कोई नहीं कर सकता। ठीक है। क्या कर सकते हैं हम? हाँ। हम अपने आप को इम्प्रूव कर सकते हैं। हाँ, आप कहेंगी कि आप कामयाबी हासिल करें, कामयाबी शोर मचा देगी, तो बीवी कहेगी मैं बीवी क्या, तुम्हारे आपके साथ पास कई खवातीन आ जाएंगी, लाइन लग जाएगी बीवी। सिर्फ आपने मजे हूँ। ਵੱਡੇ ਟੋਟਕੇ ਭਾਈ। डॉक्टर साहब आज तो मैं ਤੁਹਾਡਾ मरीज हो गया साढ़े यहाँ से पहला ऑप्शन है की खुदकुशी। उसके लिए कामयाबी हासिल करना जरूरी है, फीकी जुगतों से कामयाबी नहीं हासिल होती। यार कोई गल नहीं, ਅਸੀਂ तेरियां फिकियां लेना भी तो सोनी रहे हैं। डॉक्टर साहब आजकल इस दवाजी जिंदगी में सोशल मीडिया ने पॉजिटिव रोल प्ले किया है या नेगेटिव, ये जरा ब्रीफली बता दें आप हमें। वेरी नेगेटिव, बिकॉज द ऑप्शंस आर सो मेनी, यू नो। आपके पास पहले इतनी ऑप्शंस नहीं थी, अब आपके पास सोशल मीडिया है, ऑप्शंस की लाइन लगी पड़ी है दोनों लोगों के लिए, मेल एंड फीमेल बोथ। तो अब आप जब आपके पास ऑप्शंस होंगी तो आपको अंदाजा होगा, अच्छा मुझे यहाँ से ये मिल रहा है, यहाँ से ये मिल रहा है, यहाँ से ये मिल रहा है, तो फिर आप कहीं ना कहीं तो लड़खड़ाएंगे। तो बहुत नेगेटिव रोल प्ले किया है। अच्छा डॉक्टर साहबा, आप माशाल्लाह सिंगर भी हैं, अब ये कैसे हो सकता है कि कोई सिंगर हमारी महफिल में आए और वो गुनगुनाए ना, तो कुछ हो जाए? यार क्या बात है, मैं डॉक्टर भी हैं सिंगर भी हैं, हाँ ऑपरेट भी करती हैं। ऑपरेट करते करते ऑपरेट करो। हैं, सिंगर भी हैं, लाइफ कोच भी हैं और पोएट भी हैं। पोएट भी Poetess हैं। ओए हाँ वाह जी। जी डॉक्टर साहब प्लीज। एक ना एक रोज तो रुखसत करता, एक ना एक रोज तो रुखसत
करता मुझसे कितनी ही मोहब्बत करता एक न एक रोज तो वाह। सब रुते आके चली जाती हैं, सब रुते आके चली जाती हैं। मौसमे गम भी तो हिजरत करता एक न एक रोज तो। डॉक्टर साहिबा, आप एक अच्छी शायरा भी हैं, आप अपना कोई एक अच्छा शेर अनायत कर दें। सारी दुनिया का भी ईमान जो टूटा होता, सारी दुनिया का भी ईमान जो टूटा होता, वो जो तुझ पे था मेरा मान न टूटा होता। क्या कहना? गहरे पानी में भी मैं डूब नहीं सकती थी, गहरे पानी में भी मैं डूब नहीं सकती थी, गर मेरे हाथ से वो हाथ न छूटा। और वो अगर चोर था तो मेरी गुजारिश ये थी, मेरे वाले भी चोर के जा रहे थे। वो अगर चोर था तो मेरी गुजारिश ये थी, उसने हर बार घर अपना तो ना लूटा। वो फरिश्ता है मेरी आंख से देखे कोई, फरिश्ते वाली उधर आ गए। वो फरिश्ता है मेरी आंख से देखे कोई, हाँ जी, वो सभी कुछ है मगर काश ना झूठा होता। जो मेरे बारे में बातें होती है ना, ये उस बारे में शेर था। मैंने आपकी देख ले बदला पूरा कर Thank you very लिया। much। पहले मिसरे थे ना जुनेद साहब दा रंग खुशी ना लाल हो गया ते जदों उन्होंने झूठा गया ते मुंह सुके बेरंग हो गए। नाज़रीन, यहाँ हम लेते हैं एक छोटा सा वक्फा, हमारे साथ रहिएगा। महफिल में चार चांद लगाने के बावजूद, महफिल में चार चांद लगाने के बावजूद, वाह, जब तक ना आप आए उजाला ना हो सका। सर, अब हम चलते हैं अपनी उजालों भरी महफिल की जानिब। जी अस्सलाम वालेकुम वालेकुम। सर, मेरा नाम उमैर और मैं शेर सुनाना चाहूँगा। इरशाद। एड्डी लापरवाही दे क्या कहने, वजह मौत नू मार दी जिंदगी है, बिना यार सरकार दी सीट साइयां किसे कम ना कार दी जिंदगी है, ते कादे फहर ते जान न दा करिए, दिन 2 या 4 दी जिंदगी है, असा नहीं पे गुजार दी जिंदगी नू, सानू पई गुजार दी जिंदगी है। आप शादीशुदा हैं? नहीं सर। तो फिर शादीशुदा लोगों वाले शेर क्यों पढ़ रहे हैं? सानू पई गुजार दी जिंदगी। उन्हें किसी ने कहा था तेरा होने वाला। अस्सलाम वालेकुम। वालेकुम सलाम। मेरा नाम हमजा मसूद है, मैं शेखुपुरा से हूँ। सर, मैं एक शेर पढ़ना चाहूँगा। इरशाद। चला था जिक्र मेरी खामियों का महफिल में, चला था जिक्र मेरी खामियों का महफिल में, जो बह रहे थे उन्हें भी सुनाई देने लगा। जुनेद साहब से मांगा है जब से 20,000, तब से इनको भी ऊंचा सुनाई देने लगा। 2 दफा ले चुका मुझसे। और जब मैं वापसी का तकाजा करता हूँ तो क्या कहते हो? तो अब सुहाना का सवाल अपनी ऑडियंस से, वाह, जिसके जवाब देने पर मिलेगा आप लोगों को गिफ्ट हैम्पर। वो कौन सी सब्जी है जिसके आखिरी 2 हरूफ मिटा दिए जाएं तो घर की एक अहम चीज बन जाती है, घर का एक अहम हिस्सा बन जाता है। जी, इनको माइक दीजिए। इनको माइक दें जी। कचनार। करेक्ट आंसर। सर, आपका गिफ्ट गया, कांग्रेचुलेशन। कचनार के आखिरी 2 हरूफ अलिफ और रे मिटा दिया जाए तो बनता है किचन। करेक्ट आंसर, हमजा मसूद।
उन्होंने वो हमजा के गिफ्ट के लिए नहीं की, जुनेद साहब के लिए की है। आपका गया। ਛੋਟੇ ਮੇਰੇ ਵਾਸਤੇ ਵੀ ਚਾਹ ਲੈ ਕੇ ਆ। ਆ ਦੇਖ ਲਓ ਮੈਨੂੰ ਛੋਟਾ ਕਹਿ ਰਹੇ ਨਲਕੇ ਦੇ ਕੋਲ ਖੜੋਤਾ ਤੇ ਰਾਹ ਚੱਲਦੀ ਇੱਕ ਮਾਈ ਨੇ ਕਿਹਾ ਇੱਥੇ ਘੰਟਾ ਖੜੋਤਾ ਰਵੀ ਮੂੰਹ ਨਾ ਧੋਵੀਂ। ਆਪ ਵੀ ਕਬਰਸਤਾਨ ਦੇ ਬਾਹਰ ਇਹਨੇ ਤਹੀਂ ਭੱਲੇ ਲਾ ਲੇ ਮੁਰਦਾ ਆ ਕੇ ਕਹਿੰਦਾ ਹੂ ਹਾ ਹਾ ਕਹਿੰਦਾ ਜਿੰਨਾ ਮਰਜ਼ੀ ਡਰਾ ਪਲੇਟ 30 ਰੁਪਏ ਦੀ। ਅਫਸਰ ਦਾ ਜਾਂ ਮੂੰਹ ਬਣਾ ਕੇ ਨਾ ਘਰ ਗਿਆ ਕਹਿੰਦਾ ਅੱਬਾ ਜੀ ਮੈਨੂੰ ਟੀਵੀ ਹੋ ਗਿਆ ਕਹਿੰਦਾ ਪੁੱਤ ਹੁਣ YouTube ਦਾ ਜ਼ਮਾਨਾ ਵਾ ਤੂੰ ਟੀਵੀ ਤੇ ਫਿਰਦਾ। ਬੱਸ 'ਚ ਬਹਿ ਗਿਆ ਕਰੰਟਰ ਕਹਿੰਦਾ ਕਿਰਾਇਆ ਲਿਆ ਕਹਿੰਦਾ ਮੈਂ ਸਟੂਡੈਂਟ ਆ ਕਹਿੰਦਾ ਸਟੂਡੈਂਟ ਦੇ ਸਪੈਲਿੰਗ ਸੁਣਾ ਕਹਿੰਦਾ ਮੈਂ ਨਾਲਾਇਕ ਸਟੂਡੈਂਟ ਆ। ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਕੇ ਕਹਿੰਦਾ ਛੇਤੀ ਆਓ ਉਹ 5-7 ਗੱਡੀਆਂ ਟੂ ਕਰਦੀਆਂ ਆ ਗਈਆਂ ਕਹਿੰਦਾ ਭਾਜੀ ਅੱਗ ਕਿੱਥੇ ਲੱਗੀ ਕਹਿੰਦਾ ਅੱਗ ਨਹੀਂ ਲੱਗੀ ਆ ਸ਼ਰੀਕਾਂ ਨੇ ਗੱਡੀ ਲਈ ਮੇਰੇ ਸੀਨੇ 'ਚ ਅੱਗ ਲੱਗੀ। ਆਪ ਵੀ ਸਿਗਰਟ ਪੀ ਰਿਹਾ ਤੇ ਇਹਦਾ ਅੱਬਾ ਆ ਗਿਆ ਤੇ ਇਹਨੇ ਸਿਗਰਟ ਫੋੜਨ ਜੇਬ 'ਚ ਪਾ ਲਿਆ ਤੇ ਅੱਬਾ ਕਹਿੰਦਾ ਕੀ ਕਰ ਰਹੇ ਸਿਗਰਟ ਪੀ ਰਿਹਾ ਕਹਿੰਦਾ ਨਹੀਂ ਤੇ ਅੱਬਾ ਕਹਿੰਦਾ ਤੂੰ ਅੱਗੇ ਤੋਂ ਨਿਕਲਿਆ ਕਹਿੰਦਾ ਅੱਬਾ ਤੂੰ ਗੱਲ ਹੀ ਦਿਲ ਸਾੜਨ ਵਾਲੀ ਕੀਤੀ। ਗਲੀ ਦਾ ਗਟਰ ਬੰਦ ਹੋ ਗਿਆ ਤੇ ਮੈਂ ਕਿਹਾ ਗਟਰ ਖੋਲ ਦੇ ਕਹਿੰਦਾ ਮੈਨੂੰ ਪਾਸਵਰਡ ਦਾ ਹੀ ਨਹੀਂ ਪਤਾ। ਯਤੀਮਾਂ ਦੇ ਪੈਸੇ ਚੁੱਕ ਕੇ ਤੇ ਬਾਹਰ ਆਣ ਕੇ ਫਖਰ ਨਾਲ ਦੱਸ ਰਿਹਾ ਮੈਂ ਯਤੀਮਾਂ ਦਾ ਖਰਚਾ ਚੁੱਕਦਾ। ਆਪ ਵੀ ਨਾ ਆਪਣੇ ਅੱਬੂ ਦੀ ਕਬਰ ਦੇ ਪਿਛਲੀ ਸਾਈਡ ਤੇ ਜਾ ਕੇ ਬਹਿ ਗਿਆ ਮੈਂ ਕਿਹਾ ਯਾਰ ਅੱਬੂ ਅੱਗੇ ਤੂੰ ਪਿੱਛੇ ਬਹਿ ਗਿਆ ਕਹਿੰਦਾ ਨਹੀਂ ਅੱਬੂ ਕਹਿ ਕੇ ਗਿਆ ਸੀ ਪਿੱਛੋਂ ਧਿਆਨ ਰੱਖੀ। ਇਹਨਾਂ ਦੇ ਘਰ ਫਿਰ ਫੋਟਗੀ ਹੋ ਗਈ ਤੇ ਮਈਏ ਸ਼ਾਹ ਰਾਤ ਛੱਡ ਆਇਆ ਮੈਂ ਕਿਹਾ ਕੀ ਕਹਿੰਦਾ ਜੀ ਲੈ ਆਪਣੀ ਜ਼ਿੰਦਗੀ। ਜਿਵੇਂ ਤੇ ਸੱਪ ਦਾ ਜ਼ਹਿਰ ਖਤਮ ਹੋ ਜਾਵੇ ਨਾ ਤੇ ਪਿੱਛੇ ਸਿਲੰਡਰ ਲਵਾ ਲੈਂਦਾ ਹੁੰਦਾ ਛੋਟਾ ਜਿਹਾ। ਇਹਦਾ ਵੀ ਮੂੰਹ ਦੇਖ ਲਓ ਲੱਗਦਾ ਨਹੀਂ ਗਿਟਕ ਵਾਲਾ ਰਸਗੁੱਲਾ। नेक्स्ट। अस्सलाम वालेकुम, मेरा नाम कल्बे हैदर है। मेरा विकी साहब से क्वेश्चन है कि कभी ऐसा हुआ है कि आप किसी लाइव शो में बैठे हों, आपने या किसी साथी अदाकार ने किसी और साथी अदाकार को जुगत लगाई हो और वो माइंड कर जाए या बात लड़ाई तक पहुंच जाए? हाँ बड़ा अच्छा सवाल हाँ, शुरू में हुआ था। मस्ताना साहब अल्लाह उनको की रहमत करे, तारक जुवैद साहब वो भी दुनिया से चले गए, तो दोनों का सीन था। मस्ताना साहब ने एक ऐसी जुगत की जो तारक जुवैद साहब को अच्छी नहीं लगी, तो उन्होंने ना उसको मना कर दिया। मस्ताना साहब ने आगे फिर वही कर दी। एक होता ना कि बंदा बदल देता जुगत को, फिर वही कर दी। तारक साहब ने फिर मना किया, उन्होंने फिर आगे ना उसको जब दोबारा की ना तो मस्ताना साहब को उन्होंने थप्पड़ मार दिया। थप्पड़ मार दिया और कॉलर से पकड़ के बाहर ले गए। बाहर जाके बहुत मारा तो तारक जुवैद साहब सेट के ऊपर खड़े, मस्ताना साहब का सीन नहीं भी था, यहाँ से खून निकला, अंदर गिर के फिर वही जुगत कर दी। नेक्स्ट। मैं एक शेर सुनाना चाहूंगी। दिल सुन के तेरा नाम धड़कता है अदब से, दिल सुन के तेरा नाम धड़कता है अदब से, हालांकि तुझे गौर से भी देखा नहीं है। जी तो अब चलते हैं हम सेकंड गिफ्ट हैम्पर की आए जानिब। जी गेम फॉर गिफ्ट। जी तो हमें 2 पार्टिसिपेंट चाहिए। 2 लोग चाहिए, या 2 लड़कियां हों या दोनों लड़के हों, डिसाइड कर लीजिए। आ जाइए, आ जाए। गेम कुछ इस तरह से है कि आपने एक बोतल उठानी है और क्रेट के अंदर रखनी है, और तरतीब से उठानी है, और तरतीब से रखनी भी है। तरतीब से रखनी है, मतलब अगर आपने पहले ये उठाई फिर दूसरी ये उठानी है, ये नहीं कि आपने फिर उधर से उठा लेनी है, तरतीब एक ही रखनी है। और अंदर भी तरतीब से रखनी है, क्रेट में भी तरतीब से रखनी है। थोड़ा सा डिफिकल्ट टास्क आपने इधर से शुरू करना है, आपने उधर से करीब से शुरू करना है। चलें जी। 1 2 3 स्टार्ट। ठीक है। कॉमन से की कॉमन। गुड गुड गुड। Good, 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 very good, very good. You very good. You
जल्दी शाबाश जोर में कोला की इस गेम में क्या नाम है आपका? सैफ। सैफ जीत गए जी। ये गिफ्ट हैम्पर आपकी खिदमत में पेश किया जा रहा है ब्लैक रोज कलर एंड ब्यूटी प्रोडक्ट्स की जानिब से। तो आज हमारे पास गाना सुनाने के लिए बहुत ही खूबसूरत आवाज मौजूद है नायला अशबील की। वाह। और इस गाने की कंपोजिशन की है अशबील शाद ने। याद रहो। नाज़रीन, यहाँ मुझे लेनी है एक छोटी सी कमर्शियल ब्रेक, हमारे साथ रहिएगा। नाज़रीन, हम लोग अपनी जायज़ और नाजायज़ ख्वाहिशात की तकमील के लिए किस तरह जाली आमलों और नजूमियों के चक्कर में फंसते हैं, आज आपको दिखाते हैं अपने मिनी स्किट में। सरकार साइचा बना लेंदे हो? होर में ते आमलेट बना रहे। सर मेरे कहने का मतलब है कि मेरे हालात बड़े खराब ने। दसना नहीं, तू नहीं दसना तेरे हालात की ने। वाह। तू दस दिता तो फिर मैं तेनों की दसांगा? हाँ, ऐसे तू सिर्फ अपना नाम दसना, अपनी मां का नाम दसना, अपने प्यो का नाम दसना जी, ठीक है। अपनी तारीख बधाई दसनी, उस तो बाद तेन सारा कुछ मैं दसना तू दुनिया ते क्यों आया, ठीक है कि नहीं, तेरे को केड़ी गलती हुई। मेरे को केड़ी गलती? मेरा मतलब है कि तेरे को केड़ी गलती हुई जिहदी वजह तो तेन काम नहीं लभदा पिया। काम नहीं लभदा पिया। हाँ ठीक है ना। तो नाम दस अपना। नाम रफीक सर। रफीक। वालदा का नाम? वालदा दा जी चंदा। अच्छा, वालदा का नाम चंदा जी। ते डेट ऑफ बर्थ की तेरी? डेट ऑफ बर्थ जी 13/10/1984। 1984। वक्त सुबह का सी कि शाम का सी? बाबा जी शाम वेले पैदा होया मैं जी। शाम वेले। चंदा, शाम का टाइम 1984। नहीं क्या बाबा जी? इस टाइम ते तो कोई इस मुल्क च पैदाइश ही नहीं हुई। बाबा जी मेरिया किहड़ियां अखां खुलियां सी, मैनू माँ बाप ने कहा इस टाइम पैदा नहीं, होया। तेनू याद तेरे माँ प्यो ने टाइम गलत दसिया या तेनू याद नहीं है? बाबा जी चलो सुबह का कर हाँ सुबह का कर लेने। लेकिन अस्पताल भी सामने आ गया। बाबा जी मैं तो घर पैदा होया जी। घर पैदा होया जी सर। जब मैनू लोकेशन ला लेंदे। तेरे घर के पीछे अस्पताल है? हाँ जी बिल्कुल सही कह रहे हो। दीवार सांझी ਤੁਹਾਡੀ? नहीं दीवार तो नहीं सांझी जी बाबा जी, दीवार थोड़ी दूर है। फिर चंदा सांझी है? भाई मेरी गल सुनो, मैं ਤੁਹਾਨੂੰ ਇਹ ਦੱਸ ਰਿਹਾ ਕਿ ਮੇਰੇ ਹਾਲਾਤ ਬੜੇ ਖਰਾਬ ਨੇ। ਹਾਲਾਤ ਤੇਰੇ ਜਿਹੜੇ ਨੇ ਕਿਉਂ ਖਰਾਬ ਨੇ? ਅਸਲ ਦੇ ਵਿੱਚ ਤੇਰਾ ਚੱਲਦਾ ਪਿਆ ਜੇ ਇਸ ਵੇਲੇ ਜ਼ੋਲ ਸਤਾਰਾ ਤੇ ਤੇਰਾ ਕ੍ਰਾਈਸਿਸ ਚੱਲਦਾ ਪਿਆ ਇਹ ਤਕਰੀਬਨ ਕੋਈ 11 ਸਾਲ ਤੋਂ। 11 ਸਾਲ ਪਹਿਲੇ ਤੂੰ ਕਿਧਰੇ ਡਿੱਗਿਆ, ਤੈਨੂੰ ਸੱਟ ਲੱਗੀ? ਹਾਂਜੀ 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 ਬਾਬਾ ਜੀ ਸਹੀ ਕਹਿ ਰਹੇ ਹੋ ਤੁਸੀਂ। ਸੱਟ ਲੱਗੀ? ਬਿਲਕੁਲ ਬਿਲਕੁਲ ਲੱਗੀ। ਮੈਨੂੰ ਸਾਫ਼ ਆ ਰਿਹਾ। ਬਾਬਾ ਜੀ ਕਿੱਥੇ ਨਜ਼ਰ ਆ ਰਿਹਾ? ਤੁਸੀਂ ਤੇ ਪੁਸ਼ਪਾ ਲਈ।
ਲੈ ਵੀ ਮੇਰੇ ਸ਼ਹਜ਼ਾਦੇ ਆ ਜੀ ਬਾਬਾ ਜੀ। ਇੱਕ ਤੇ ਤੇਰਾ ਜਿਹੜਾ ਨਾਂ ਸਤਾਰਾ ਜਿਹੜਾ ਉਹ ਚੱਲਦਾ ਪਿਆ ਜੇ ਗਰਦਿਸ਼ ਦੇ ਵਿੱਚ, ਤੇ ਦੂਜਾ ਤੇਰੇ ਰਿਸ਼ਤੇਦਾਰ ਨੇ ਇੱਕ ਔਰਤ ਤੇ ਇੱਕ ਬੰਦਾ ਜਿਹਨੇ ਤੇਰੇ ਤੇ ਕੀਤਾ ਕਾਲਾ। ਉਹਨੇ ਕੀ ਕੀਤਾ, ਤੇਰੀ ਨਾ ਕਿਧਰੇ ਕੋਈ ਕਮੀਜ਼ ਚੁੱਕੀ ਹੈ ਘਰੋਂ, ਹਾਂ ਕਮੀਜ਼ ਚੁੱਕ ਕੇ ਤੇ ਉਸ ਤੋਂ ਬਾਅਦ ਉਹਨੂੰ ਉੱਲੂ ਦੇ ਖੂਨ ਲਾ ਕੇ ਤੇ ਉਹਦੇ ਚ ਸੂਈਆਂ ਚਬੋ ਕੇ ਤੇ ਕਬਰਸਤਾਨ ਚ ਦੱਬੀ ਹੈ। ਬਾਬਾ ਜੀ ਸਹੀ ਕਹਿ ਰਹੇ ਹੋ, ਮੇਰੀ ਕਮੀਜ਼ ਘਰੋਂ ਗਾਇਬ ਹੋਈ ਬਾਬਾ ਜੀ, ਸਹੀ ਗਾਇਬ ਕਹਿ ਹੋਈ, ਰਹੇ ਹੋ। ਬਸ ਉਹਦੇ ਤੇ ਚੱਲਿਆ ਸਾਰਾ। ਉਹਦੀ ਵਜ੍ਹਾ ਤੋਂ ਤੇਰਾ ਦਿਲ ਘਟਦਾ, ਹਾਂ ਤੇਰਾ ਦਿਲ ਕਰਦਾ ਮੈਂ ਕੁਝ ਖਾਵਾਂ। ਬਾਬਾ ਜੀ ਸਹੀ ਕਹਿ ਰਹੇ ਹੋ। ਅਸਲ 'ਚ ਉਹਨਾਂ ਨੇ ਜਾਦੂ ਕਰਕੇ ਨਾ ਤੈਨੂੰ ਬਿਮਾਰ ਨਹੀਂ ਕੀਤਾ, ਤੈਨੂੰ ਕਮੀਨਾ ਕੀਤਾ ਉਹਨਾਂ ਨੇ ਤੇਰੀ ਨੀਅਤ ਦੇ ਉੱਤੇ ਕੀਤੇ ਨੇ ਅਟੈਕ। ਜਿਹੜੀਆਂ ਸੂਈਆਂ ਮਾਰੀਆਂ ਨਾ ਉਹਨਾਂ ਨੇ ਮਾਰੀਆਂ ਨੇ ਤੇਰੇ ਜਿਗਰ 'ਚ। ਤੁਹਾਡੀ ਗੱਲ ਸਮਝ ਆਂਦੀ। ਮੇਰੀ ਖਾਲਾ ਤੇ ਮੇਰਾ ਖਾਲੂ ਹਾਂ। ਉਹ ਇੰਜ ਦੇ ਹੈ ਨੇ, ਕਿਉਂਕਿ ਉਹੀ ਨੇ ਕੁੜੀ ਮੁੰਡਾ। ਰਿਸ਼ਤਾ ਤੇਰੇ ਬਹੁਤ ਕਰੀਬ ਦਾ ਜਿਨ੍ਹਾਂ ਨੇ ਤੇਰੇ ਤੇ ਜਾਦੂ ਕੀਤਾ। ਜੀ ਖਾਲਾ ਨੇ ਕੀਤਾ। ਤੇਰੀ ਮਾਂ ਦੀ ਦੁਆ ਤੈਨੂੰ ਲੱਗੀ ਜਿਹੜੀ ਤੈਨੂੰ ਬਚਾਈ ਜਾਣ ਡਈ ਹੈ। ਬੜੀ ਮਿਹਰਬਾਨੀ। ਠੀਕ ਹੈ ਕਿ ਨਹੀਂ? ਲੇਕਿਨ ਹੁਣ ਮਾਂ ਵੀ ਤੇਰੇ ਮਹੀਨਾ ਹੋ ਗਿਆ ਤੇ ਨਾ ਨਾਰਾਜ਼ ਹੈ, ਜਿਹਦੀ ਵਜ੍ਹਾ ਤੋਂ ਤੈਨੂੰ ਦਰਦਾਂ ਉੱਠਦੀਆਂ ਨੇ। ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਸਕਦਾ ਨਾਰਾਜ਼। ਅੱਛਾ ਵਾਲਾ ਸਾਹਿਬ ਤਾਰੇ ਲੰਗੜੇ ਸਨ? ਨਹੀਂ ਸਰ, ਚੌਂਸੇ ਸਨ। ਅੱਛਾ ਕੱਟ ਕੇ ਖਾਣ ਵਾਲੇ। ਬਾਬਾ ਜੀ ਮੇਰਾ ਮਤਲਬ ਹੈ ਕਿ ਦੋਵਾਂ ਹੀ ਲੱਤਾਂ ਨਹੀਂ ਸਨ। ਨਹੀਂ ਜੇ ਤੇਰਾ ਪਿਓ ਚੌਂਸਾ ਸੀ ਨਾ ਫਿਰ ਮੈਂ ਤੈਨੂੰ ਇੱਕ ਉਪਾਅ ਦੱਸਾਂਗਾ, ਉਹ ਤੂੰ ਕਰ ਲੈਣਾ। ਬਾਬਾ ਜੀ ਮਿਹਰਬਾਨੀ। ਹੁਣ ਘਰ ਜਾਣਾ ਪੁੱਤਰ। ਜੀ ਸਰ। ਆਪਣੇ ਪਿਓ ਦੀ ਮੰਜੀ ਦੇ ਆਲੇ ਦੁਆਲੇ ਲਾਣੀ ਹੈ ਬਰਫ਼। ਬਰਫ਼ ਕਿਉਂ ਲਾਣੀ ਜੀ? ਤੇਰਾ ਪਿਓ ਚੌਂਸਾ ਨਾ? ਹਾਂਜੀ ਪੁੱਤਰ ਚੌਂਸੇ ਦੇ ਆਲੇ ਦੁਆਲੇ ਬਰਫ਼ ਲੱਗੀ ਹੋਵੇ ਇੰਜ ਵੇਖਦਾ ਜੀ। ਬਾਬਾ ਜੀ ਉਹ ਚੌਂਸਾ ਨਹੀਂ, ਉਹਨੂੰ ਵੈਸੇ ਸ਼ਰੀਫ ਚੌਂਸਾ ਕਹਿ ਕੇ ਬੁਲਾਉਂਦੇ ਸੀ। ਹਾਂ ਚੌਂਸਾ ਸ਼ਰੀਫ। ਲੈ ਵੀ ਸ਼ਹਜ਼ਾਦਿਆ, ਕੰਮ ਤੇਰਾ ਬੰਨਿਆ ਹੋਇਆ, ਸਿਹਤ ਤੇਰੀ ਦੇ ਉੱਤੇ ਅਟੈਕ ਹੈ, ਤੀਰ ਚੱਲਦੇ ਪਏ ਨੇ ਤੇਰੇ ਉੱਤੇ, ਤੇਰੇ ਘਰ ਦੇ ਉੱਤੇ ਨਜ਼ਰੇ ਬਦ, ਹਸਦ ਤੇਰੇ ਤੇ ਬਹੁਤ ਜ਼ਿਆਦਾ। ਤੇਰੇ ਰਿਸ਼ਤੇਦਾਰ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦੇ, ਲਾਹਨਤ ਭੇਜਦੇ ਨੇ ਤੇਰੇ ਤੇ। ਤੇਰੀ ਤਸਵੀਰ ਉਹਨਾਂ ਨੇ ਘਰ 'ਚ ਲਾ ਕੇ ਤੇ ਰੋਜ਼ਾਨਾ 7 ਛਿੱਤਰ ਮਾਰਦੇ ਨੇ। ਉਹਨਾਂ ਦੀ ਨਜ਼ਰ ਉਤਰ ਜਾਂਦੀ ਹੈ, ਤੇਰੇ ਤੇ ਵਾਰ ਚੱਲ ਜਾਂਦਾ। ਹੁਣ ਉਹ ਤੇਰੇ ਤੇ ਵਾਰ ਚਲਾਉਣ ਵਾਸਤੇ ਰੋਜ਼ਾਨਾ ਕਿਸੇ ਨਾ ਕਿਸੇ ਆਮਲ ਨੂੰ ਪੈਸੇ ਦਿੰਦੇ ਨੇ। ਤੇਰੀ ਖਾਤਰ ਉਹਨਾਂ ਨੇ ਕਬਰਸਤਾਨ ਦੇ ਵਿੱਚ 3 ਬੰਦੇ ਐਸੇ ਬਿਠਾਏ ਨੇ ਜਿਹੜੇ ਹਰ ਵੇਲੇ ਤੇਰੇ ਤੇ ਪੜ੍ਹਾਈ ਕਰਦੇ ਨੇ। ਤੇ ਉਹਨਾਂ ਨੇ ਇੱਕ ਕੰਡਿਆਂ ਵਾਲੀ ਬੇਰੀ ਹੈ ਜਿੱਥੇ ਤੇਰੀ ਫੋਟੋ ਲਾ ਕੇ ਤੇ ਥੱਲੇ ਕੁੱਤਾ ਬੰਨਿਆ। ਕੁੱਤਾ ਜਿਸ ਤਰ੍ਹਾਂ ਭੌਂਕਦਾ ਤੇ ਤੈਨੂੰ ਭੁੱਖ ਲੱਗਦੀ ਹੈ। ਭੁੱਖ ਲੱਗਦੀ ਤੈਨੂੰ? ਯਾਰ ਬਾਬਾ ਜੀ ਬਾ ਕਮਾਲ ਗੱਲ, ਬੜੀ ਭੁੱਖ ਲੱਗਦੀ ਮੈਨੂੰ। ਲੈ ਪੁੱਤਰ ਨੂੰ ਪਤਾ ਕੀ ਹੈ, ਤੇਰਾ ਮੈਂ ਸਾਰਾ ਤੋੜ ਕਰ ਦਿਆਂਗਾ। ਹਾਂਜੀ। ਤੈਨੂੰ ਥੋੜਾ ਜਿਹਾ ਖਰਚਾ ਕਰਨਾ ਪਏਗਾ। ਮੈਨੂੰ ਪੈਸਾ ਕੋਈ ਨਹੀਂ ਦੇਣਾ ਤੂੰ। ਹੈ ਮੈਨੂੰ ਨਹੀਂ ਤੂੰ ਪੈਸਾ ਦੇਣਾ। ਬਾਬਾ ਜਾਨ ਕੋਈ ਇਹੋ ਜਿਹਾ ਉਪਾਅ ਦੱਸੋ, ਤੁਸੀਂ ਜੋ ਕਹਿੰਦੇ ਹੋ ਨਾ ਮੈਂ ਲੈਣ ਨਾ, ਕਿਉਂਕਿ ਪੈਸੇ ਤੇ ਤੁਸੀਂ ਕਹਿ ਰਹੇ ਹੋ ਮੈਂ ਲੈਣੇ ਨਹੀਂ। ਜੋ ਕਹਿੰਦੇ ਹੋ ਮੈਂ ਲੈਣ ਨਾ, ਮੇਰਾ ਇਹਦਾ ਤੋੜ ਕਰੋ ਕੋਈ। 31,000 ਰੁਪਇਆ ਦੇਣਾ ਤੂੰ। ਉਹਦਾ ਅਸੀਂ ਚਿਕਨ ਮੰਗਵਾ ਕੇ ਤੇ ਹਵਾਈ ਚੀਜ਼ਾਂ ਨੂੰ ਸੁੱਟਣਾ। 31,000 ਦੇ ਚਿਕਨ? ਹਾਂਜੀ। ਵੈਸੇ 100-200 ਚ ਨਹੀਂ ਮੰਨਦੀਆਂ ਹਵਾਈ ਚੀਜ਼ਾਂ। ਅਮਲ ਜ਼ਿਆਦਾ ਹੋਇਆ ਤੇਰੇ ਤੇ, ਜਾਨ ਦਾ ਖਤਰਾ। 31,000 ਰੁਪਇਆ ਦੇਣਾ ਤੂੰ ਗੋਸ਼ਤ ਦਾ ਤੇ ਚਿੱਟੇ ਰੰਗ ਦਾ ਤੂੰ ਲੱਠਾ ਲੈਣਾ, ਤਕਰੀਬਨ ਕੋਈ 2 ਥਾਨ। ਬਾਬਾ ਜੀ ਮਰਨ ਲੱਗੇ? ਇਹ ਤੇਰਾ ਸਦਕਾ ਦੇਣਾ। 2 ਥਾਨਾਂ ਦੇ ਵਿੱਚੋਂ ਆਪਣੇ ਨਾਪ ਦੇ 2 ਸੂਟ ਕੱਢਣੇ ਨੇ। ਜੀ ਠੀਕ ਹੈ ਬਾਬਾ। ਉਹ ਕੱਢ ਕੇ ਤੂੰ ਦੇ ਦੇਣੇ ਨੇ। ਜਿਹੜੇ 2 ਥਾਨ ਬਚਣੇ ਨੇ ਨਾ, ਉਹ ਤੂੰ ਮੈਨੂੰ ਲਿਆ ਕੇ ਦੇਣੇ ਨੇ। ਠੀਕ ਹੈ। ਉਹ ਫਿਰ ਮੈਂ ਹਵਾਈ ਚੀਜ਼ਾਂ ਨੂੰ ਦਿਆਂਗਾ। ਵਾਹ ਵਾਹ। ਉਹ ਜਦੋਂ ਸੂਟ ਅੱਗੇ ਜਾ ਕੇ ਤੇ ਇਧਰੋਂ ਤੇਰਾ ਜਾਏਗਾ, ਇਧਰੋਂ ਮੇਰੇ ਵਾਲਾ ਜਾਏਗਾ, ਅੱਗੋਂ ਜਾ ਕੇ ਸੂਟ ਮਿਲਣਗੇ ਨਾ ਤੇ ਉਹ ਤੇਰਾ ਕੰਮ ਆਪਸ ਵਿੱਚ ਸੂਟ ਕਰ ਜਾਏਗਾ। ਬਾਬਾ ਜੀ 31,225 ਰੁਪਏ ਮੈਂ ਤੁਹਾਨੂੰ ਸੈਂਡ ਕਰਤੇ ਨੇ ਜੀ। 31.25। ਨੀਲੇ ਰੰਗ ਦਾ ਬੱਕਰਾ ਆ ਰਿਹਾ। ਨੀਲੇ ਰੰਗ ਦਾ ਬੱਕਰਾ? ਬਾਬਾ ਜੀ ਉਹ ਕਿੰਨੇ ਦਾ ਆ ਰਿਹਾ? ਤਕਰੀਬਨ ਕੋਈ 60-62,000 ਰੁਪਇਆ ਲੱਗ ਜਾਣਾ ਤੇਰੇ ਦੇ। ਬਾਬਾ ਜੀ ਉਹ ਬੱਕਰੇ ਦਾ ਅਸੀਂ ਕੀ ਕਰਾਂਗੇ? ਬੱਕਰਾ ਹਵਾਈ ਚੀਜ਼ਾਂ ਵਾਸਤੇ। ਇਹ ਜ਼ਿੰਦਾ ਕਬਰਸਤਾਨ 'ਚ ਛੱਡ ਕੇ ਆਣਾ। ਅੱਛਾ। ਤੇ ਜਦੋਂ ਛੱਡਣਾ ਕਬਰਸਤਾਨ ਤੇ ਪਿੱਛੇ ਮੁੜ ਕੇ ਨਹੀਂ ਵੇਖਣਾ। ਪਿੱਛੇ ਮੁੜ ਕੇ ਵੇਖੇਗਾ ਪੱਥਰ ਹੋ ਜਾਏਗਾ। ਬਾਬਾ ਜੀ ਪਿੱਛੋਂ ਕੋਈ ਚੁੱਕ ਕੇ ਲੈ ਗਿਆ? ਇਸ ਲਈ ਤੇ ਸੁੱਟਣ ਜਾਣਾ ਉਹਨੂੰ, ਕੋਈ ਚੁੱਕ ਕੇ ਲੈ ਜਾਏ। ਨਹੀਂ ਚੁੱਕ ਕੇ ਲੈ ਜਾਏਗਾ ਤੇ ਤੇਰਾ ਤੇ ਫਿਰ ਆਪਣਾ ਅਮਲ ਖਰਾਬ ਰਹੇਗਾ ਵਿੱਚ। ਇਹ ਬਾਬਾ ਜੀ ਮੈਂ ਤੁਹਾਨੂੰ 60,000 ਸੈਂਡ ਕਰਤਾ ਤੇ 31.25 ਕਰਤਾ ਜੀ। ਮੋਬਾਈਲ ਤੇਰੇ ਕੋਲ ਕਿਹੜਾ? ਮੇਰੇ ਕੋਲ ਜੀ ਓਪੋ ਦਾ ਜੀ। ਓਪੋ ਦਾ? ਨਹੀਂ ਓਪੋ ਦਾ ਤੈਨੂੰ ਸੂਟ ਨਹੀਂ ਕਰਦਾ। ਸੈਮਸੰਗ ਦਾ ਮੋਬਾਈਲ ਰੱਖ। ਮੇਰੇ ਸਟਾਰ ਨਾਲ ਮੈਚ ਉਹ ਕਰਦਾ ਜੀ। ਅੱਛਾ। ਵਾਲਪੇਪਰ ਕਿਹੜਾ ਲਾਇਆ? ਵਾਲਪੇਪਰ ਹੈ ਬਾਬਾ ਜੀ, ਮੈਂ ਆਪਣੇ ਅੱਬਾ ਜੀ ਦੀ ਫੋਟੋ ਲਾਈ ਜੀ। ਫੋਟੋ ਹੀ ਗਰੀਬ ਬੰਦੇ ਦੀ ਲਾਈ ਹੈ। ਤੇਰੇ ਹਾਲਾਤ ਕਿਸ ਤਰ੍ਹਾਂ ਬਦਲਣਗੇ? ਗਰੀਬ ਨੂੰ ਗਰੀਬ ਜਦੋਂ ਵੇਖੇਗਾ ਗਰੀਬ ਰਹੇਗਾ। ਜਦੋਂ ਤੁਹਾਡਾ ਧਿਆਨ ਪਵੇ ਨਾ ਕਿਸੇ ਚੀਜ਼ ਦੇ ਉੱਤੇ, ਤੁਹਾਡੀ ਨਜ਼ਰ ਰਿਚ ਹੋਣੀ ਚਾਹੀਦੀ ਹੈ। ਵਾਹ ਵਾਹ ਵਾਹ। ਇੱਥੇ ਨਾ ਸਟੇਟ ਬੈਂਕ ਆਫ ਪਾਕਿਸਤਾਨ ਦੀ ਫੋਟੋ ਲਾ, ਭਾਵੇਂ ਤੇਰਾ ਵਿੱਚ ਰੁਪਈਆ ਵੀ ਨਹੀਂ ਜਮਾ ਉੱਥੇ। ਠੀਕ ਹੈ ਫੋਟੋ ਲਾ। ਬਾਬਾ ਜੀ ਮੈਂ ਹੁਣੇ ਲਾਣਾ। ਜੋ ਦੇਖੇਗਾ ਤੈਨੂੰ ਉਹ ਆਏਗਾ। ਵਾਹ ਵਾਹ। ਤੇਰੇ ਆਪਣਾ ਸਿਮ ਦਾ ਨੰਬਰ ਕੀ ਹੈ ਵਿੱਚ 2 ਵਾਰੀ 7 ਆਉਂਦਾ ਇਹਦੇ ਚ? ਹਾਂ ਹਾਂ ਜੀ ਬਾਬਾ ਜੀ ਆਂਦਾ ਜੀ। ਉਹੀ ਤੇ ਤੈਨੂੰ ਬੰਨਿਆ ਉਹਨੇ। ਲੈ ਪੁੱਤਰ ਇਹਦੇ ਚ ਹੋਰ 7 ਪੈ ਗਿਆ ਨਾ ਜੀ ਤੇ ਤੇਰਾ ਸੱਤਿਆਨਾਸ਼ ਹੋ ਜਾਣਾ। ਬਾਬਾ ਜੀ ਮੈਂ ਸਿਮ ਕੱਢ ਦਿੱਤੀ ਜੀ। ਲੈ ਪੁੱਤਰ ਅਗਲੇ ਮੰਗਲ ਤੇ ਨਾਲ ਮੁਲਾਕਾਤ ਹੋਏਗੀ ਤੇ ਅਗਲੇ ਮੰਗਲ ਤੇਰਾ ਪੈਸਿਆਂ ਦਾ ਬਹੁਤਾ ਬੰਦੋਬਸਤ ਕਰਕੇ ਆਈ। क्यों बाबा जी? मेरे पुत्र का ब्याह। नाज़रीन, ये था आज का देशमुख। और चलते चलते आज की छोटी सी हिकमत भरी बात ये कि आप कुछ अरसे के लिए अपने दोस्तों से राब्ता करने में पहल छोड़ दें। आपको पता चल जाएगा कि आप अपनी ज़िंदगी में कितने मुर्दा पौधों को पानी दे रहे हैं। नाज़रीन खुश रहें, खुश रखें। आपसे मुलाकात होगी इंशाल्लाह कल। अल्लाह।